तू ही 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 वाहेगुरु तू ही तू ही वाहेगुरु तू ही 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 वाहेगुरु 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 वाहे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀਵੀ ਦੇ ਸਟੂਡੀਓ ਪੈਰਸ ਸ਼ੇਰੇ ਪੰਜਾਬ ਕੰਪਲੈਕਸ ਵਿੱਚੋਂ ਦਾਸ ਗੁਰਦਿਆਲ ਸਿੰਘ ਆਪ ਜੀ ਲਈ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਤੂੰ ਹੀ ਤੂੰ ਦਾ ਪ੍ਰੋਗਰਾਮ ਆਪ ਜੀ ਹਰ ਐਤਵਾਰ ਨੂੰ ਸੰਗਤ ਟੀਵੀ ਦੇ ਉੱਤੇ ਦੇਖਦੇ ਹੋ ਔਰ ਬੁੱਧਵਾਰ ਨੂੰ ਉਹ ਦੁਬਾਰਾ ਰਿਪੀਟ ਕੀਤਾ ਜਾਂਦਾ ਹੈ। ਔਰ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਦਾਸ ਆਪ ਜੀ ਨਾਲ ਸਿਰਫ ਸ਼ਬਦ ਗੁਰੂ ਦੇ ਉੱਤੇ ਹੀ ਜ਼ਿਆਦਾ ਅਸੀਂ ਵਿਚਾਰ ਕਰਦੇ ਹਾਂ, ਕਿਉਂਕਿ ਇਹ ਜਿਹੜਾ ਜੀਵਨ ਮਿਲਿਆ ਹੈ, ਜੀਵਨ ਦਾ ਜਿਹੜਾ ਸਾਡਾ ਅਸਲੀ ਮਨੋਰਥ ਹੈ, ਅਸੀਂ ਬਹੁਤ ਗਿਣਤੀ ਵਿੱਚ ਉਹਦੇ ਵਿੱਚੋਂ ਖੜੇ ਹਾਂ ਕਿਸੇ ਨਾ ਕਿਸੇ ਕਾਰਨਾਂ ਕਰਕੇ। ਕਿਉਂਕਿ ਕਾਦਰ ਦੀ ਜਿਹੜੀ ਕੁਦਰਤ ਹੈ ਉਹਦਾ ਐਡਾ ਵੱਡਾ ਜਾਲ ਵਿਛਾਇਆ ਤੇ ਉਸ ਜਾਲ ਦੇ ਵਿੱਚ ਇੰਨੀਆਂ ਹੋਰ ਚੀਜ਼ਾਂ ਜਿਹੜੀਆਂ ਮਿਕਸ ਹੋਈਆਂ, ਜਿਹੜੀਆਂ ਸਾਡੇ ਵੱਲੋਂ ਕੀਤੀਆਂ ਗਈਆਂ, ਉਹਨਾਂ ਕਰਕੇ ਅਸੀਂ ਜਿਹੜਾ ਸਾਡਾ ਜੀਵਨ ਦਾ ਅਸਲੀ ਮਨੋਰਥ ਆ ਉਹਦੇ ਤੋਂ ਭਟਕ ਜਾਂਦੇ ਤੇ ਸਾਡਾ ਧਿਆਨ ਹੀ ਨਹੀਂ ਜਾਂਦਾ ਆਪਣੇ ਦੁਨੀਆਦਾਰੀ ਦੇ ਰੁਝੇਵਿਆਂ ਵਿੱਚੋਂ ਕਿ ਜਿਹੜਾ ਸਾਡਾ ਅਸਲੀ ਮਕਸਦ ਹੈ ਜੀਵਨ ਦਾ ਉੱਧਰ ਨੂੰ ਥੋੜ੍ਹਾ ਜਿਹਾ ਧਿਆਨ ਦੇ ਸਕੀਏ, ਸੋਚ ਸਕੀਏ। ਪਰ ਫਿਰ ਵੀ ਕਿਤੇ ਨਾ ਕਿਤੇ ਜੇ ਗੁਰੂ ਮਹਾਰਾਜ ਬਖਸ਼ਿਸ਼ ਕਰ ਦੇਣ ਤੇ ਆਪਾਂ ਨੂੰ ਫਰਜ਼ ਬਣਦਾ ਕਿ ਆਪਾਂ ਥੋੜ੍ਹਾ ਜਿਹਾ 1 ਮਿੰਟ ਵਾਸਤੇ ਆਪਣੀ ਜਿਵੇਂ ਸੋਚਣ ਦੀ ਕੋਸ਼ਿਸ਼ ਕਰੀਏ ਕਿ ਅਕਸਰ ਅਸੀਂ ਇਸ ਧਰਤੀ ਉੱਤੇ ਆਏ ਹਾਂ, ਸਾਡਾ ਜਨਮ ਹੋਇਆ, ਸਾਡੇ ਮਾਤਾ ਪਿਤਾ ਵੱਡੇ ਵਡੇਰੇ ਜਿਹੜੇ ਦਾਦੇ ਨਾਨੇ ਪੜਨਾਨੇ ਉਹ ਗਿਣਤੀ ਗਾਂਹ ਜਾ ਕੇ ਖਤਮ ਹੋ ਜਾਂਦੀ ਆ। ਪਤਾ ਨਹੀਂ ਕਦੋਂ ਦੇ ਇਹ ਸਾਡੇ ਵੱਡੇ ਵਡੇਰੇ ਆਏ ਆ, ਕਿੰਨੀਆਂ ਪੀੜ੍ਹੀਆਂ ਬੀਤ ਗਈਆਂ। ਉਹਨਾਂ ਦਾ ਵੀ ਜਨਮ ਹੋਇਆ ਸੀ, ਉਹ ਵੀ ਸਾਡੇ ਵਾਂਗ ਸੀ, ਉਹਨਾਂ ਦੇ ਧੀਆਂ ਪੁੱਤਰ ਵੀ ਹੋਏ, ਪਰ ਉਹ ਪਤਾ ਨਹੀਂ ਕਿੱਥੇ ਚਲ ਗਏ। ਉਹ ਵੱਡੇ ਵਡੇਰੇ ਪਤਾ ਕਿੱਥੇ ਚਲ ਗਏ। ਉਹ ਸਮੇਂ ਸਮੇਂ ਦੀ ਜਿਹੜੀ ਆ ਖੇਡ ਸਾਰਿਆਂ ਨੇ ਆਪਾਂ ਆਪਣੇ ਤਰੀਕੇ ਨਾਲ ਖੇਡੀ, ਪਰ ਉਹ ਖੇਡ ਕੇ ਚਲੇ ਕਿੱਥੇ ਗਏ ਕਿ ਜਿੱਦਾਂ ਉਹ ਚਲ ਗਏ, ਇਸ ਸਮੇਂ ਜਿਹੜੀ ਅਸੀਂ ਖੇਡਦੇ ਪਏ ਆ ਆਪਣੇ ਜੀਵਨ ਦੇ ਵਿੱਚ, ਸਾਡੇ ਮਾਤਾ ਪਿਤਾ, ਸਾਡੇ ਭੈਣ ਭਰਾ ਆ, ਬੀਵੀ ਆ, ਬੱਚੇ ਆ, ਸੱਜਣ ਮਿੱਤਰ ਆ, ਭੂਆ ਫੁੱਫੜ ਚਾਚੀਆਂ ਨਾਨੀਆਂ ਤਾਈਆਂ, ਸਾਰੇ ਸਾਡੇ ਰਿਸ਼ਤੇਦਾਰ ਵੀ ਆ। ਅਸੀਂ ਕੰਮ ਵੀ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਜਾਇਦਾਦਾਂ ਹੀ ਬਣਾਈਆਂ। ਇਹ ਸਾਰੇ ਖੇਡ ਦੇ ਵਿੱਚ ਜੇ ਸਾਡੇ ਵੱਡੇ ਵਡੇਰੇ ਜਿਹੜੇ ਆ ਸਾਡੇ ਨਾਲ ਨਹੀਂ ਲੈ ਕੇ ਗਏ, ਉਹ ਵੀ ਸਾਰਾ ਕੁਛ ਇੱਥੇ ਛੱਡ ਕੇ, ਫਿਰ ਅਸੀਂ ਵੀ ਕਿਸੇ ਤਰੀਕੇ ਨਾਲ ਇੱਕ ਦਿਨ ਅਸੀਂ ਵੀ ਇਹ ਸਾਰਾ ਕੁਛ ਛੱਡ ਜਾਣਾ। ਫਿਰ ਇੱਕ ਗੱਲ ਤਾਂ ਸਾਨੂੰ ਮਹਿਸੂਸ ਕਰਦੀ ਆ, ਜਾਂ ਇੱਕ ਗੱਲ ਤਾਂ ਸਾਨੂੰ ਇਹ ਸੋਚਣ ਲਈ ਜ਼ਰੂਰੀ ਆ ਕਿ ਇਹ ਅਸਲੀ ਖੇਡ ਹੈ ਕੀ ਆ, ਕਿਉਂ ਆ, ਅਸੀਂ ਕੀ ਕਰਨਾ ਹੈ ਇੱਥੇ। ਇਹ ਮਦਾਰੀ ਵਾਲਾ ਖੇਡ, ਜਿੱਦਾਂ ਮਦਾਰੀ ਆਪਣਾ ਡੁਗੜੀ ਆ ਕੇ ਖੇਡ ਕਰਕੇ ਉਹ ਬਾਅਦ 'ਚ ਸਮਾਹਿਆ ਕਰਕੇ ਟੋਕਰੀ 'ਚ ਪਾ ਕੇ ਤੇ ਫਿਰ ਉਹ ਆਪਣਾ ਚੱਲ ਜਾਂਦਾ ਅਤੇ ਫਿਰ ਦੂਸਰੇ ਪਿੰਡ ਜਾ ਕੇ ਆਪਣਾ ਕਰ ਲੈਂਦਾ, ਉਹਦਾ ਰੋਟੀ ਦਾ ਰੁਜ਼ਗਾਰ ਬਣਿਆ ਇਸ ਤਰੀਕੇ ਨਾਲ। ਫਿਰ ਸਾਡੇ ਜੀਵਨ ਦਾ ਜਿਹੜਾ ਮਨੋਰਥ ਆ ਉਹਦਾ ਕੀ ਮਕਸਦ ਆ। ਅਸੀਂ ਬੜੀਆਂ ਡਿਗਰੀਆਂ ਇੱਥੇ ਪ੍ਰਾਪਤ ਕਰਦੇ ਹਾਂ, ਬੜੀ MA ਮੈਂ ਦੇਖਿਆ 30 40 50 ਸਾਲ ਦੇ ਬੰਦੇ ਬੱਚੇ ਪੜ੍ਹੀ ਜਾਂਦੇ ਆ, ਗੁੱਡੀਆਂ ਵੀ ਪੜ੍ਹੀ ਜਾਂਦੀਆਂ, ਮੁੰਡੇ ਵੀ ਪੜ੍ਹੀ ਜਾਂਦੇ ਆ। ਹੁਣ ਮੈਂ ਜੀ ਆਹ ਡਿਗਰੀ ਕਰ ਲਈ, ਹੁਣ ਮੈਂ ਆਹ ਮਾਸਟਰ ਕਰ ਲਈ, ਹੁਣ ਮੈਂ ਆਹ PhDਆਂ ਕਰ ਲਈਆਂ, ਹੈ ਨਾ, ਕਿੰਨੀਆਂ ਡਿਗਰੀਆਂ ਕਰੀ ਜਾਂਦੇ। ਪਰ ਡਿਗਰੀਆਂ ਦਾ ਅਕਸਰ ਟੋਟਲ ਲਾ ਕੇ ਦੇਖੀਏ ਬਾਅਦ ਦੇ ਵਿੱਚ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ। ਸਭ ਤੋਂ ਵੱਡਾ ਰਿਜ਼ਲਟ ਉਹਨਾਂ ਦਾ ਅਸੀਂ ਜਿਹੜੇ ਦੁਨਿਆਵੀ ਤੌਰ 'ਤੇ ਕੱਢਦੇ ਹਾਂ ਉਹ ਸਿਰਫ ਇੰਨਾ ਹੀ ਕੱਢਦੇ ਹਾਂ ਕਿ ਸਾਨੂੰ ਨੌਕਰੀ ਵੱਡੀ ਮਿਲ ਜੂਗੀ, ਸਾਡਾ ਆਉਣ ਵਾਲਾ ਜੀਵਨ ਜਿਹੜਾ ਆ ਉਹ ਜਿਹੜਾ ਵਧੀਆ ਲੰਘ ਜੂਗਾ, ਸਾਡਾ ਸਮਾਜ ਦੇ ਵਿੱਚ ਇੱਜ਼ਤ ਮਾਣ ਹੋਊਗਾ। ਸਿਰਫ ਇਸੇ ਚੱਕਰ ਦੇ ਵਿੱਚ ਹੀ
ਉਹ ਜ਼ਿੰਦਗੀ ਦੇ 25 30 40 ਸਾਲ ਜਿਹੜੇ ਅਸੀਂ ਗੁਜ਼ਾਰਦੇ ਰਹਿੰਦੇ ਹਾਂ ਪੜ੍ਹਾਈ ਕਰਕੇ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਕਿਹੜੀਆਂ ਵੱਡੀਆਂ ਲਾਇਬ੍ਰੇਰੀਆਂ ਬਣੀਆਂ ਜਿਹੜੀਆਂ ਅਸੀਂ ਉਹ ਪੜ੍ਹਦੇ ਹਾਂ। ਕਈ ਬੱਚੇ ਦੇਖੇ 10 12 ਘੰਟੇ ਪੜ੍ਹੀ ਜਾਂਦੇ ਆ ਉਹ ਡਿਗਰੀਆਂ ਪ੍ਰਾਪਤ ਕਰਨ ਲਈ। ਪਰ ਉਹ ਜ਼ਿੰਦਗੀ ਦਾ ਜਦੋਂ ਅਸੀਂ ਮਨੋਰਥ ਟੋਟਲ ਲਾ ਕੇ ਦੇਖੀਏ ਵੀ ਅਸੀਂ ਸਾਡੇ ਬਜ਼ੁਰਗਾਂ ਨੇ ਕੀਤੀ ਜਾਂ ਸਾਡੇ ਤੋਂ ਪਹਿਲਾਂ ਜਿਨ੍ਹਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ, ਕੀ ਉਹ ਨਾਲ ਇਸ ਚੀਜ਼ ਨੂੰ ਲੈ ਕੇ ਜਾਂ ਉਹਦਾ ਜੀਵਨ ਦੇ ਮਨੋਰਥ ਵਿੱਚ ਕੀ ਉਹਦਾ ਲਾਭ ਹੋਇਆ? ਕਿਉਂਕਿ ਜੀਵਨ ਦੇ ਮਨੋਰਥ ਵਿੱਚ ਤਾਂ ਇੱਕ ਗੱਲ ਸਿੱਧੀ ਸਪਸ਼ਟ ਸਾਰੀ ਦੁਨੀਆ ਦੇ ਧਰਮ ਜਿਹੜੇ ਇਸ ਚੀਜ਼ ਨੂੰ ਮੰਨਦੇ ਆ। ਕੋਈ ਇਹ ਆ ਕਿ ਸਵਰਗ ਤੇ ਨਰਕ ਤੇ ਜਾ ਕੇ ਰੁਕ ਜਾਂਦਾ ਹੈ, ਕੋਈ ਬ੍ਰਿਸ਼ਟ ਤੇ ਜਾ ਕੇ ਰੁਕ ਜਾਂਦਾ ਹੈ, ਕੋਈ ਕਹਿੰਦਾ ਸਾਡੇ ਗੁਰੂ ਸਾਹਿਬ ਆਉਣਗੇ ਸਾਨੂੰ ਉਠਾ ਕੇ ਨਾਲ ਲੈ ਜਾਣਗੇ, ਅੱਲਾ ਨੂੰ ਮਿਲਾ ਦੇਣਗੇ, ਰੱਬ ਨੂੰ ਮਿਲਾ ਦੇਣਗੇ। ਆਪੋ ਆਪਣੇ ਤਰੀਕੇ ਨਾਲ ਉਹਨਾਂ ਦਾ ਸਾਰੇ ਧਰਮਾਂ ਨੇ ਆਪਣਾ ਸਿਸਟਮ ਬਣਾਇਆ। ਪਰ ਅਖੀਰ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਕਲਯੁਗ ਦੇ ਵਿੱਚ ਬੜੀ ਸਿੱਧੀਆਂ ਸਪਸ਼ਟ ਗੱਲਾਂ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਦੱਸੀਆਂ, ਭਈ ਪ੍ਰਾਪਤ ਮਨੁੱਖ ਦੇ ਹਰਿਆ ਗੋਬਿੰਦ ਮਿਲ ਕੀ ਇਹ ਤਰ ਬਰੀਆ ਅਵਰ ਕਾਜ ਤਰੀਕੇ ਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਦੀ ਗੱਲ ਜਿਹੜੀ ਆ ਉਹ ਸਾਰੇ ਧਰਮਾਂ ਨੇ ਕੀਤੀ ਆ। ਦੁਨੀਆ ਦਾ ਕੋਈ ਐਸਾ ਧਰਮ ਨਹੀਂ, ਚਾਹੇ ਤੁਸੀਂ ਉਹਨੂੰ ਕਹਿ ਦਿਓ ਡੰਮੀ ਧਰਮ ਆ, ਚਾਹੇ ਪਖੰਡੀ ਧਰਮ ਆ, ਚਾਹੇ ਲੋਟੂ ਧਰਮ ਆ, ਚਾਹੇ ਉਹ ਸਹੀ ਧਰਮ, ਜਿਸ ਨੇ ਵੀ ਕੀਤਾ ਉਹਨੇ ਇਸ ਧਰਮ ਦੀ ਸਿੱਖ ਧਰਮ ਦੀ ਜਿਹੜੀ ਬੁਨਿਆਦ ਆ ਨਾਮ ਦੀ, ਉਹਦੀ ਹੀ ਗੱਲ ਕੀਤੀ ਆ। ਨਾਮ ਤੋਂ ਬਗੈਰ ਇਸ ਦੁਨੀਆ ਦੇ ਉੱਤੇ ਹੋਰ ਕੁਛ ਨਹੀਂ। ਤੇ ਅਸੀਂ ਪਿਛਲੀ ਵਾਰੀ ਜਿਹੜੀ ਆਪ ਜੀ ਨਾਲ ਸਾਂਝ ਪਾਈ ਸੀ ਉਹ ਪਵਨ ਗੁਰੂ ਦੀ ਗੱਲ ਕੀਤੀ ਸੀ। ਪਵਨ ਗੁਰੂ ਕਿਹੜੇ ਤਰੀਕੇ ਨਾਲ, ਕਿਉਂਕਿ ਗੁਰਬਾਣੀ ਦੇ ਵਿੱਚ ਸ਼ਬਦ ਗੁਰੂ ਦੀ ਗੱਲ ਕੀਤੀ ਗਈ ਆ ਤੇ ਉਸੇ ਸ਼ਬਦ ਗੁਰੂ ਦੀ ਗੱਲ ਜਿਹੜੀ ਆ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਦੇ ਵਿੱਚ ਜਾ ਕੇ ਕੀਤੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੇ ਉਹ ਪਵਨ ਗੁਰੂ ਜਿਹੜੀ ਆ ਉਹ ਸਾਡੇ ਘਟ ਦੇ ਵਿੱਚ ਵਸਿਆ ਆ। ਤੇ ਅਸੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਚੱਲ ਜਾਈਏ ਉਹ ਪਵਨ ਜਿਹੜੀ ਆ ਗੁਰੂ ਦੇ ਰੂਪ ਵਿੱਚ ਸਾਡੇ ਨਾਲ ਜਾਂਦੀ ਆ। ਤੇ ਇਹ ਜਿਹੜੀ ਵਾਰੀ ਆ ਇਹ ਸਾਡੇ ਰੱਬ ਨੂੰ ਮਿਲਣ ਦੀ ਵਾਰੀ ਆ। ਜਦੋਂ ਅਸੀਂ ਇਹ ਸੋਚਿਆ ਜਾਂ ਸਾਨੂੰ ਪਤਾ ਲੱਗਾ ਜਾਂ ਤੁਸੀਂ ਸੋਚੋਗੇ, ਇਹ 1 ਮਿੰਟ ਬਹਿ ਕੇ ਚੌਂਕੜੀ ਮਾਰ ਕੇ ਆਪਣੇ ਘਰ ਦੇ ਵਿੱਚ ਕਿਤੇ ਵੀ ਤੁਸੀਂ ਆ ਕੇ ਜਦੋਂ ਵਿਚਾਰ ਸੁਣਨੇ, ਇੱਕ ਵਾਰੀ 1 ਮਿੰਟ ਬਹਿ ਕੇ ਕਿਤੇ ਰੁਕ ਕੇ ਸੋਚੋ ਕਿ ਵਾਕਈ ਇਹਦੇ ਵਿੱਚ ਹੈ ਵੀ ਜੇ ਸਾਨੂੰ ਜੀਵਨ ਮਿਲੇ ਤਾਂ ਮਕਸਦ ਕੀ ਆ? ਕਿ ਸਾਰੀ ਦਿਹਾੜੀ ਅਸੀਂ ਕੰਮ ਕਰੀ ਜਾਣਾ, ਸਾਰੀ ਦਿਹਾੜੀ ਜਾਂ ਅਸੀਂ ਪੜ੍ਹੀ ਜਾਣਾ, ਸਾਰੀ ਦਿਹਾੜੀ ਅਸੀਂ ਘਾਹ ਖੋਤੀ ਜਾਣਾ, ਸਾਰੀ ਦਿਹਾੜੀ 'ਚ ਪੈਸੇ ਵੀ ਸਾਡੇ ਕੋਲ ਭਾਵੇਂ ਸਾਰੀ ਰਾਤ ਨੋਟ ਹੀ ਗਿਣੀ ਜਾਣੇ ਆ, ਸਾਡੇ ਕੋਲ ਸੋਨਾ ਸਾਰੀ ਰਾਤ ਸੋਨਾ ਹੀ ਤੋਲੀ ਜਾਣਾ ਆ, ਸਾਡੇ ਕੋਲ ਹੀਰੇ ਅਸੀਂ ਹੀਰਿਆਂ ਦੇ ਵਿੱਚ ਕੀ ਉਹਦਾ ਮਕਸਦ ਕੀ ਆ? ਜਦ ਸਾਰਾ ਕੁਛ ਇਹ ਸਿਸਟਮ ਜਿਹੜਾ ਵੀ ਆ ਸਾਰਾ ਕੁਛ ਇੱਥੇ ਛੱਡ ਕੇ ਚੱਲ ਜਾਣਾ। ਜਿੱਦਾਂ ਸਾਡੇ ਵੱਡੇ ਵਡੇਰੇ ਜਿਹੜੇ ਆ ਉਹ ਛੱਡ ਕੇ ਚੱਲ ਗਏ, ਰਾਜੇ ਮਹਾਰਾਜੇ ਜਿਹੜੇ ਆ ਉਹ ਵੀ ਛੱਡ ਕੇ ਇੱਥੇ ਚੱਲ ਗਏ, ਕੋਈ ਵੀ ਆਪਣੇ ਨਾਲ ਨਹੀਂ ਲੈ ਕੇ ਗਿਆ। ਤੇ ਜੇ ਉਹ ਕੋਈ ਨਾਲ ਨਹੀਂ ਲੈ ਕੇ ਗਿਆ ਤਾਂ ਫਿਰ ਸਾਡੇ ਨਾਲ ਜਾਣ ਦੀ ਕਿਹੜੀ ਚੀਜ਼ ਦਾ, ਸਾਡੇ ਜੀਵਨ ਦਾ ਮਕਸਦ ਕੀ ਆ? ਕਿਉਂਕਿ ਅਕਾਲ ਪੁਰਖ ਨੇ ਕੋਈ ਵੀ ਐਸੀ ਚੀਜ਼ ਇਸ ਧਰਤੀ 'ਤੇ ਨਹੀਂ ਬਣਾਈ ਜਿਹਦਾ ਕੋਈ ਮਕਸਦ ਨਾ ਹੋਵੇ, ਤੇ ਕੋਈ ਵੀ ਐਸੀ ਚੀਜ਼ ਨਹੀਂ ਗੀ ਸਿਰਫ ਉਹਦੇ ਨਾਮ ਤੋਂ ਬਗੈਰ ਜਿਹੜੀ ਸਥਿਰ ਰਹਿਣ ਵਾਲੀ ਹੋਵੇ। ਵੱਡੀਆਂ ਚੀਜ਼ਾਂ ਜੋ ਵੀ ਅਸੀਂ ਦੇਖਦੇ ਹਾਂ ਸਾਰੀਆਂ ਵਿਨਾਸ਼ਵਾਨ ਹੈ, ਸਾਰੀਆਂ ਦੀਆਂ ਸਾਰੀਆਂ ਖਤਮ ਹੋ ਜਾਣੀਆਂ ਇੱਕ ਦਿਨ। ਉਹਨਾਂ ਦੀਆਂ ਉਮਰਾਂ ਆ ਵੀ ਉਹਨਾਂ ਨੇ ਕਦੋਂ ਖਤਮ ਹੋਣਾ, ਸਾਡੀ ਆਪਣੀ ਉਮਰ ਹੈ ਅਸੀਂ ਕਦੋਂ ਖਤਮ ਹੋਣਾ। ਪਰ ਸਾਨੂੰ ਇਸ ਸਮੇਂ ਇੱਕ ਵਾਰੀ ਮਿਲ ਗਈ ਆ ਅਕਾਲ ਪੁਰਖ ਵਾਹਿਗੁਰੂ ਮਿਲਣੀ, ਜਿਹੜੀ ਕਿ ਬਾਕੀਆਂ ਨੂੰ ਨਹੀਂ ਮਿਲੀ। ਤੇ ਇਸ ਕਰਕੇ ਉਹ ਗੁਰੂ ਸਾਹਿਬ ਨੇ ਸਾਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸ਼ਬਦ ਗੁਰੂ ਦੀ ਗੱਲ ਕੀਤੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਜਿਹੜਾ ਆ ਉਹ ਕਦੀ ਵੀ ਨਹੀਂ ਮਰਨ ਵਾਲੀ ਇੱਕ ਚੀਜ਼ ਆ ਜਿਹੜੀ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਉਂਦੀ ਆ। ਤੇ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਜਿਹੜੀ ਹਵਾ ਆ ਉਸ ਜਿੱਦਾਂ ਸਾਡਾ ਗੁਰੂ ਸ਼ਬਦ ਗੁਰੂ ਸਾਡੇ ਨਾਲ ਰਹਿੰਦਾ ਆ, ਉਸੇ ਤਰੀਕੇ ਨਾਲ ਹਵਾ ਜਿਹੜੀ ਸਾਡੇ ਨਾਲ ਰਹਿੰਦੀ ਹੈ। ਤੇ ਹਵਾ ਦੇ ਵਿੱਚੋਂ ਹੀ ਜਦੋਂ ਅਸੀਂ ਬੋਲਦੇ ਹਾਂ ਜਿਹੜਾ ਸ਼ਬਦ ਪੈਦਾ ਹੁੰਦਾ ਹੈ। ਜਿੱਥੇ ਹਵਾ ਨਹੀਂ ਉੱਥੇ ਸ਼ਬਦ ਪੈਦਾ ਨਹੀਂ ਹੁੰਦਾ। ਕੋਈ ਵੀ ਤੁਸੀਂ ਦੁਨੀਆ ਦਾ ਇਤਿਹਾਸ ਦੇਖ ਲਓ, ਦੁਨੀਆ ਦੇ ਜਿੰਨੇ ਵੀ ਇੰਸਟਰੂਮੈਂਟ ਹੈਗੇ ਸਾਰੇ ਹਵਾ ਦੇ ਵਿੱਚੋਂ ਹੀ ਉਹ ਜਿਹੜੀ ਆ ਆਪਣੀ ਧੁਨ ਕੱਢਦੇ। ਚਾਹੇ ਢੋਲ ਦੇ ਉੱਤੇ ਚਮੜੇ ਦੇ ਵੱਜਦੀ ਆ, ਜਦੋਂ ਸੱਟ ਵੱਜਦੀ ਹੈ ਤਾਂ ਉਹਦੇ ਵਿੱਚੋਂ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ, ਕਿਉਂਕਿ ਢੋਲ ਦੇ ਵਿੱਚ ਜਿਹੜੀ ਹਵਾ ਆ ਉਹ ਉਹਨਾਂ ਆਵਾਜ਼ਾਂ ਨੂੰ ਜਨਮ ਦਿੰਦੀ ਆ। ਦੁਨੀਆ ਦੀਆਂ ਕਰੋੜਾਂ ਭਾਸ਼ਾਵਾਂ ਹੈਗੀਆਂ ਪਰ ਜੀਭ ਤੇ ਮੂੰਹ ਇੱਕੋ ਹੀ ਆ, ਜਿਹਦੇ ਵਿੱਚੋਂ ਸਿਰਫ ਜੀਭ ਤੇ ਮੂੰਹ ਦੇ ਵਿੱਚੋਂ ਜਿਹੜੀ ਹਵਾ ਨਿਕਲਦੀ ਆ, ਦੰਦਾਂ ਦੇ ਵਿੱਚ ਉਹਨਾਂ ਬੋਲਣ ਦਾ ਤਰੀਕਾ ਜਿਹੜਾ ਆ
ਉਹਦੇ ਵਿੱਚੋਂ ਸ਼ਬਦ ਜਿਹੜੇ ਆ ਨਿਕਲਦੇ ਆ। ਦੁਨੀਆ ਦੀਆਂ ਕਰੋੜਾਂ ਭਾਸ਼ਾਵਾਂ ਜਿਹੜੀਆਂ ਉਹ ਉਸੇ ਹਵਾ ਦੇ ਵਿੱਚੋਂ ਨਿਕਲ ਜਾਂਦੀਆਂ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਜਿਹੜੀ ਹਵਾ ਸਾਨੂੰ ਦਿਖਾਈ ਵੀ ਨਹੀਂ ਦਿੰਦੀ, ਜਿਹੜੀ ਅਸੀਂ ਸਿਰਫ ਮਹਿਸੂਸ ਹੀ ਕਰ ਸਕਦੇ ਹਾਂ, ਉਹ ਹਵਾ ਦੇ ਵਿੱਚ ਕਿੰਨੇ ਗੁਣ ਆ ਤੇ ਕੀ ਕਰ ਸਕਦੀ ਆ, ਉਹਦਾ ਕੀ ਲਾਭ ਆ ਕਿ ਕਿਆ ਵਾਕਈ ਉਹ ਗੁਰੂ ਦਾ ਕੰਮ ਜਿਹੜੀ ਆ ਉਹ ਸਾਨੂੰ ਕਰਦੀ ਹੈ। ਮਾੜਾ ਜਿਹਾ ਇੱਕ ਧਿਆਨ ਮਾਰਨ ਦੀ ਲੋੜ ਆ, ਡੂੰਘਾਈ ਤੱਕ ਮਾੜਾ ਜਿਹਾ ਸੋਚਣ ਦੀ ਲੋੜ ਆ ਕਿ ਹਵਾ ਜਿਹਨੂੰ ਅਸੀਂ ਮੂਲੀ ਜਿਹੀ ਗੱਲ ਸਮਝੀ ਜਾਂਦੇ ਹਾਂ, ਇਹ ਮੂਲੀ ਜਿਹੀ ਨਹੀਂ ਕਿ ਹਵਾ ਦੇ ਆਸਰੇ ਦੇ ਨਾਲ ਸਾਰਾ ਕੁਝ ਹੋ ਜਾਂਦਾ। ਐਡੇ ਐਡੇ ਜਹਾਜ਼ ਬਣੇ ਆ, ਹਵਾ ਦੇ ਉੱਤੇ ਉੜੀ ਜਾਂਦੇ, ਪਰ ਤੁਹਾਨੂੰ ਕੋਈ ਥੰਮੀ ਨਹੀਂ ਦਿੰਦੀ, ਪਰ ਉਹ ਜਹਾਜ਼ ਉੱਤੇ ਉੜ ਰਿਹਾ ਤੇ ਉੜਨ ਦਾ ਕਾਰਨ ਸਿਰਫ ਇਹ ਆ ਕਿ ਹਵਾ ਜਿਹੜੀ ਆ ਉਹ ਥੱਲੇ ਹਵਾ ਆ। ਦੁਨੀਆ ਦੀ ਕੋਈ ਐਸੀ ਜਗ੍ਹਾ ਨਹੀਂ ਗੀ ਜਿੱਥੇ ਹਵਾ ਨਾ ਹੋਵੇ। ਤੇ ਗੁਰੂ ਨਾਨਕ ਦੇਵ ਜੀ ਨੇ ਇਹ ਆਖਿਆ, ਗੁਰੂ ਮੇਰੇ ਸੰਗ ਸਦਾ ਹੈ ਨਾਲ, ਜਿੱਥੇ ਹੀ ਮੈਂ ਜਾਊਂਗਾ ਮੇਰਾ ਗੁਰੂ ਮੇਰੇ ਨਾਲ। ਪਰ ਇਹ ਸਾਰਾ ਕੁਝ ਜਾਣਦੇ ਹੋਏ ਵੀ ਅਸੀਂ ਅੱਜ ਦੇਵਾਂ ਦੇ ਨਾਲ ਜੁੜੀ ਜਾਂਦੇ ਹਾਂ। ਕੋਈ ਕਹਿੰਦਾ ਮੇਰਾ ਉਹ ਗੁਰੂ ਆ, ਕੋਈ ਕਹਿੰਦਾ ਮੇਰਾ ਉਹ ਗੁਰੂ ਆ, ਕੋਈ ਕਹਿੰਦਾ ਮੇਰਾ ਉਹ ਗੁਰੂ ਆ, ਕੋਈ ਕਹਿੰਦਾ ਮੇਰਾ ਉਹ ਗੁਰੂ ਆ। ਉਹ ਦੇਹਾਂ ਦੀਆਂ ਗੱਲਾਂ ਤੇ ਇੱਕ ਪਾਸੇ ਰਹੀਆਂ, ਜਿੰਦੇ ਜਿਆਦੇ ਬੰਦੇ ਆ। ਅਸੀਂ ਪਸ਼ੂਆਂ ਨੂੰ ਪੂਜੀ ਜਾਂਦੇ ਹਾਂ, ਅਸੀਂ ਕਬਰਾਂ ਨੂੰ ਵੀ ਪੂਜੀ ਜਾਂਦੇ ਹਾਂ, ਅਸੀਂ ਫੋਟੋ ਲਾ ਕੇ ਉਹਨੂੰ ਵੀ ਪੂਜੀ ਜਾਂਦੇ ਹਾਂ। ਕਿੱਥੇ ਜਾ ਕੇ ਅਸੀਂ ਰੁਕਾਂਗੇ? ਜਿਹੜੀ ਤਸਵੀਰ ਆ ਇੱਕ ਕਿਸੇ ਨੇ ਬਣਾਈ, ਉਹਦੀ ਕਲਪਨਾ ਹੈ, ਉਹਨੇ ਬਣਾਤੀ। ਦੂਸਰੇ ਕਿਸੇ ਨੇ ਉਹ ਸਟੈਚੂ ਬਣਾਤਾ, ਦੂਸਰੀ ਕਿਸੇ ਨੇ ਕਬਰ ਬਣਾਤੀ। ਅਸੀਂ ਉੱਥੇ ਮੱਥੇ ਟੇਕੀ ਜਾਂਦੇ। ਕੀ ਸਾਡੇ ਜੀਵਨ ਦਾ ਮਨੋਰਥ ਹੈ? ਜਦ ਗੁਰੂ ਸਾਹਿਬ ਨੇ ਸਾਨੂੰ ਸਪਸ਼ਟ ਕਿਹਾ ਹੈ, ਪਵਨ ਗੁਰੂ ਪਾਣੀ ਪਿਤਾ। ਜਿੰਨੇ ਗੁਣ ਹਵਾ ਦੇ ਵਿੱਚ ਹੈਗੇ ਆ, ਉਹਨਾਂ ਨੂੰ ਖੋਜਣ ਦੀ ਕੋਸ਼ਿਸ਼ ਕਰੋ ਕਿ ਹਵਾ ਦੇ ਵਿੱਚ ਕਿੰਨੇ ਗੁਣ ਆ। ਜਦੋਂ ਤੁਸੀਂ ਗੁਣ 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 ਲੱਭਦੇ ਜਾਓਗੇ ਤੇ ਤੁਹਾਨੂੰ ਜੇ ਸਾਨੂੰ ਪਤਾ ਲੱਗ ਜਾਊਗਾ ਕਿ ਹਵਾ ਜਿਹੜੀ ਆ ਉਹ ਕਿੱਡਾ ਵੱਡਾ ਗੁਰੂ ਆ, ਜੇ ਤੋਂ ਬਗੈਰ ਸਾਡੀ ਗਤੀ ਹੋ ਹੀ ਨਹੀਂ ਸਕਦੀ। ਜੀਵਨ ਦੇ ਵਿੱਚ ਜੀਂਦੇ ਜੀ ਸਾਨੂੰ ਹਵਾ ਦੀ ਲੋੜ ਹੈ, ਤੇ ਹਵਾ ਤੋਂ ਬਗੈਰ ਸਾਡਾ ਕੋਈ ਜੀਵਨ ਨਹੀਂ। ਸਾਡਾ ਨੱਕ ਬੰਦ ਕਰ ਦਿਓ, ਮੂੰਹ ਬੰਦ ਕਰ ਦਿਓ, ਅਸੀਂ 2 4 5 7 10 ਮਿੰਟ ਬਾਅਦ ਖਤਮ ਹੋ ਜਾਣਾ। ਜਿਹੜਾ ਸਰੀਰ ਦਾ ਸਾਰਾ ਸਿਸਟਮ ਜਿਹੜਾ ਉਹ ਫੇਲ ਹੋ ਜਾਣਾ। ਹਵਾ ਤੋਂ ਬਗੈਰ ਇਹ ਸਾਰਾ ਸਿਸਟਮ ਜਿਹੜਾ ਫੇਲ ਹੋ ਜਾਣਾ। ਤੇ ਸ਼ਬਦ ਗੁਰੂ ਵਾਲੀ ਗੱਲ ਜਿਹੜੀ ਸਾਡੇ ਅੰਦਰ ਇੱਕ ਆਤਮਾ ਆ, ਜਿਹੜੀ ਪਰਮਾਤਮਾ ਕੋਲੋਂ ਆਈ ਆ, ਜਿਹੜੀ ਨਾ ਅਸੀਂ ਆਉਂਦੀ ਦੇਖੀ ਹੈ, ਨਾ ਅਸੀਂ ਜਾਂਦੀ ਦੇਖਣੀ ਹੈ। ਕਿਸੇ ਨੇ ਉਹ ਆਤਮਾ ਆਉਂਦੀ ਦੇਖੀ ਨਹੀਂ, ਕਿਸੇ ਨੇ ਉਹ ਆਤਮਾ ਜਾਂਦੀ ਦੇਖੀ ਨਹੀਂ, ਪਰ ਉਹ ਹੈ ਤਾਂ ਸਹੀ ਨਾ। ਇਹ ਤੋਂ ਤੁਸੀਂ ਮੁੱਕਰ ਨਹੀਂ ਸਕਦੇ। ਉਹ ਹੈ ਨਹੀਂ, ਉਹ ਹੈ। ਅਸੀਂ ਜਨਮ ਲੈਂਦੇ ਦੇਖੇ, ਅਸੀਂ ਮਰਦੇ ਦੇਖੇ। ਅਸੀਂ ਆਪਣਾ ਜਨਮ ਨਹੀਂ ਦੇਖਿਆ, ਨਾ ਅਸੀਂ ਆਪਣੀ ਮੌਤ ਦੇਖਣੀ, ਪਰ ਲੋਕਾਂ ਦੇ ਜਨਮ ਤੇ ਲੋਕਾਂ ਦੀ ਮੌਤ ਅਸੀਂ ਦੇਖੀ। ਸਾਡਾ ਜਨਮ ਤੇ ਸਾਡੀ ਮੌਤ ਕਿਸੇ ਨੇ ਨਹੀਂ ਦੇਖਣੀ, ਨਾ ਕਿਸੇ ਨੇ ਦੇਖਣੀ, ਪਰ ਅਸੀਂ ਨਹੀਂ ਦੇਖਣੀ, ਪਰ ਆਉਣੀ ਆ। ਪਰ ਜਦੋਂ ਆਉਣੀ ਆ ਉਦੋਂ ਕੀ ਹੋਣਾ ਆ? ਇਹ ਹਵਾ ਹੀ ਆ ਜਿਹੜੀ ਸਾਡੇ ਅੰਦਰ ਆਉਂਦੀ ਆ ਤੇ ਜਾਂਦੀ ਆ, ਸਾਨੂੰ ਜੀਵਨ ਦੇ ਰਹੀ ਆ। ਸਾਡਾ ਗੁਰੂ ਸਾਨੂੰ ਜੀਵਨ ਦੇ ਰਿਹਾ, ਸਾਡਾ ਗੁਰੂ ਸਾਨੂੰ ਜੀਵਨ ਦੇ ਰਿਹਾ, ਜਿਹਦੇ ਕਰਕੇ ਅਸੀਂ ਜੀਂਦੇ ਹਾਂ, ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ, ਜਿਹਦੇ ਕਰਕੇ ਅਸੀਂ ਕਹਿੰਦੇ ਆਪਣੀ ਉਮਰ ਭੋਗੀ। ਪਰ ਅਫਸੋਸ ਦੀ ਗੱਲ ਆ, ਅਸੀਂ ਲੋਕਾਂ ਦੀਆਂ ਦੇਹਾਂ ਨੂੰ ਆਪਣੇ ਗੁਰੂ ਬਣਾਈ ਬੈਠੇ ਹਾਂ। ਕਿੰਨੀ ਆਪਣੇ ਜੀਵਨ ਦੇ ਵੱਡੀਆਂ ਭੁੱਲਾਂ ਕਰੀ ਬੈਠੇ ਹਾਂ, ਤੇ ਕਿੱਥੋਂ ਸਾਨੂੰ ਮੁਕਤੀ ਹੋ ਜਾਊਗੀ? ਉਹ ਕਾਰਨ, ਜਿਸ ਕਾਰਨ ਕਰਕੇ ਸਾਡਾ ਜਨਮ ਹੋਇਆ, ਇਸ ਧਰਤੀ ਦੇ ਉੱਤੇ ਆਏ ਹਾਂ, ਜਿਸ ਕਾਰਨ ਕਰਕੇ ਸਾਨੂੰ ਇਹ ਵਾਰੀ ਮਿਲੀ ਆ, ਅਸੀਂ ਤਾਂ ਵਿਸਰੀ ਬੈਠੇ ਹਾਂ। ਜਿਹੜਾ ਖੁਦ ਹਵਾ ਦੇ ਆਸਰੇ ਨਾਲ ਪੁਤਲਾ ਚੱਲਦਾ ਪਿਆ, ਅਸੀਂ ਉਹਦੀ ਪੂਜਾ ਕਰੀ ਜਾਂਦੇ, ਪਰ ਉਹਦੇ ਪਿੱਛੇ ਜਿਹੜੀ ਤਾਕਤ ਆ ਉਹਨੂੰ ਅਸੀਂ ਭੁੱਲੀ ਬੈਠੇ ਹਾਂ। ਉਹ ਪੁਤਲੇ ਨੂੰ ਜਿਹੜੀ ਤਾਕਤ ਚਲਾ ਰਹੀ ਆ, ਅਸੀਂ ਭੁੱਲੀ ਬੈਠੇ ਹਾਂ। ਗੁਰਬਾਣੀ ਦੇ ਵਿੱਚ ਤਾਂ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਇਦੋਂ ਵੀ ਅੱਗੇ ਜਾ ਕੇ ਗੱਲਾਂ ਕੀਤੀਆਂ ਕਿ ਜਿਹੜਾ ਸੂਰਜ ਨੂੰ ਪਾਣੀ ਅਸੀਂ ਦਿੰਦੇ ਹਾਂ ਉਹ ਵੀ ਸਾਡਾ ਵਿਅਰਥ ਆ। ਜਿਹੜੇ ਚੰਦਰਮਾ ਨੂੰ ਅਸੀਂ ਪਾਣੀ ਦਿੰਦੇ ਹਾਂ ਉਹ ਵੀ ਸਾਡਾ ਵਿਅਰਥ ਹੈ, ਕਿਉਂਕਿ ਸੂਰਜ ਦੇ ਪਿੱਛੇ ਵੀ ਇੱਕ ਤਾਕਤ ਹੈ ਜਿਹੜੀ ਸੂਰਜ ਨੂੰ ਰੋਸ਼ਨੀ ਦੇ ਰਹੀ ਆ, ਜਿਹਦੇ ਕਰਕੇ ਉਹ ਚਮਕਦਾ ਆ। ਚੰਦਰਮਾ ਦੇ ਪਿੱਛੇ ਇੱਕ ਤਾਕਤ ਆ
ਜਿਹੜੀ ਉਹਨੂੰ ਸੀਤਲਤਾ ਦਿੰਦੀ ਆ, ਜਿਹੜੀ ਉਹਨੂੰ ਰੋਸ਼ਨੀ ਦਿੰਦੀ ਆ। ਲੱਖ ਆਗਾਸਾਂ ਗਸ ਲੱਖ ਪਤਾਲ ਪਤਾਲ, ਓੜ ਕੋੜ ਭਾਲ ਥਕੇ ਵੇਦ ਕਹਿਨਿਕ ਬਾਤ, ਸਹਿਸ ਠਾਰਾ ਕਹਿਨਿਕ ਤਬਾ ਅਸੂਲਿਕ ਧਾਤ, ਲੇਖਾ ਹੋਏ ਤੇ ਲਿਖੀਏ ਲੇਖੇ ਹੋਏ ਬਨਾਸ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਉਹ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਕਿ ਕਿੰਨੀਆਂ ਧਰਤੀਆਂ, ਕਿੰਨੇ ਸੂਰਜ ਆ, ਕਿੰਨੇ ਚੰਦਰਮਾ ਹੈ, ਜਿਹਦਾ ਅੰਤ ਹਜੇ ਤੱਕ ਕਿਸੇ ਨੇ ਨਹੀਂ ਪਾਇਆ, ਕੋਈ ਨਹੀਂ ਪਾ ਸਕਦਾ। ਪਰ ਅਸੀਂ ਕਿੱਥੇ ਆ ਕੇ ਅਟਕ ਗਏ। ਇਹ ਦੁਨੀਆ ਦੀ ਸਾਰੀ ਸ੍ਰਿਸ਼ਟੀ ਦਾ ਮਾਲਕ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਣਾ ਕੇ ਇਸ ਧਰਤੀ ਦੇ ਉੱਤੇ ਜਨਮ ਦੇ ਕੇ ਭੇਜਤਾ। ਕਿੱਡਾ ਵੱਡਾ ਪਰਉਪਕਾਰ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਕਿ ਇਹ ਜਨਮ ਸਾਨੂੰ ਮਿਲਿਆ, ਤੇ ਦੁਨੀਆ ਦੀ ਹਰ ਖੁਸ਼ੀ, ਦੁਨੀਆ ਦੀ ਹਰ ਚੀਜ਼ ਜਿਹੜੀ ਆ ਉਹ ਨੂੰ ਅਸੀਂ ਆਪਣੇ ਵੱਸ ਵਿੱਚ ਕਰ ਸਕਦੇ ਹਾਂ। ਉਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਵਾਸਤੇ ਬਣਾਇਆ, ਪਰ ਅਸੀਂ ਉਹਨੂੰ ਭੁੱਲ ਕੇ ਇੱਥੇ ਜਿਹੜੀਆਂ ਵਿਸਰ ਜਾਣ ਵਾਲੀ ਚੀਜ਼ਾਂ ਆ, ਜਿਹੜੀਆਂ ਮਾੜੀਆਂ ਚੀਜ਼ਾਂ ਜਿਨ੍ਹਾਂ ਨੇ ਖੁਦ ਇੱਥੇ ਅਸੀਂ ਉਹਨਾਂ ਨੂੰ ਜੱਫੀ ਪਾ ਕੇ ਬੈਠੇ ਹਾਂ, ਉਹਨਾਂ ਨੂੰ ਫੜੀ ਬੈਠੇ ਹਾਂ, ਜਿਨ੍ਹਾਂ ਨੇ ਖੁਦ ਇੱਕ ਦਿਨ ਡੁੱਬ ਜਾਣਾ। ਤੋ ਮੇਰੀ ਨਿਮਰਤਾ ਸਹਿਤ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਵੱਡਿਆਂ ਨੂੰ, ਛੋਟਿਆਂ ਨੂੰ ਬੇਨਤੀ ਆ ਕਿ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਜ਼ਰੂਰ 5-7 ਮਿੰਟ ਕੱਢ ਕੇ ਚੌਂਕੜਾ ਮਾਰ ਕੇ ਬੈਠ ਕੇ ਉਹਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਕਿ ਅਕਾਲ ਪੁਰਖ ਵਾਹਿਗੁਰੂ ਨੇ ਜੀ ਇਸ ਧਰਤੀ 'ਤੇ ਸਾਨੂੰ ਭੇਜਿਆ ਤਾਂ ਉਹਦਾ ਮਨੋਰਥ ਕੀ ਆ। ਜੇ ਉਹਦਾ ਮਨੋਰਥ ਸਾਨੂੰ ਸਮਝ ਆ ਗਿਆ, ਫਿਰ ਉਹਨੂੰ ਲੱਭਣ ਦੀ ਕੋਸ਼ਿਸ਼ ਕਰਕੇ ਉਹ ਜਿਹੜਾ ਮਨੋਰਥ ਹੈ ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਕਿਹੜਾ ਰਸਤਾ ਅਪਣਾਉਣਾ ਪਊਗਾ। ਜੇ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਫਲਾਣੇ ਸ਼ਹਿਰ ਨੂੰ ਜਾਣਾ ਜਾਂ ਫਲਾਣੇ ਮੁਲਕ ਜਾਣਾ, ਉਸ ਸ਼ਹਿਰ ਨੂੰ ਜਾਂ ਉਸ ਪਿੰਡ ਨੂੰ ਜਾਂ ਉਸ ਮੁਲਕ ਨੂੰ ਜਾਣ ਵਾਸਤੇ ਰਸਤਾ ਵੀ ਫਿਰ ਆਪਾਂ ਨੂੰ ਲੱਭਣਾ ਪਊਗਾ। ਫਿਰ ਉਹ ਰਸਤਾ ਲੱਭ ਗਿਆ, ਸਾਨੂੰ ਪਤਾ ਲੱਗ ਗਿਆ ਵੀ ਆਹ ਰਸਤਾ ਜਾਂਦਾ, ਸੜਕ ਜਾਂਦੇ, ਫਿਰ ਕਿਹੜੀ ਸਵਾਰੀ ਕਰਕੇ ਉਹਦੇ ਉੱਤੇ ਜਾਣਾ। ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਪਿੰਡ ਤੋਂ ਸ਼ਹਿਰ 'ਚ ਜਾਣ ਵਾਸਤੇ ਕੋਈ ਰਕਸ਼ਾ ਕਰਦਾ, ਕੋਈ ਟਾਂਗਾ ਕਰਦਾ, ਕੋਈ ਸਾਈਕਲ 'ਤੇ ਜਾਂਦਾ। ਜਿਹੜੇ ਹੋਰ ਥੋੜ੍ਹੀ ਦੂਰ ਜਾਣਾ ਹੋਵੇ ਉਹ ਕਾਰ ਲੈਂਦਾ, ਬੱਸ ਲੈਂਦਾ। ਜਿਹੜਾ ਹੋਰ ਜਿਹਨੇ ਦੂਸਰੇ ਮੁਲਕ ਜਾਣਾ ਉਹ ਆਪਣੀ ਜਹਾਜ਼ ਦੀ ਸਵਾਰੀ ਕਰਕੇ ਜਾਂਦੇ ਆ। ਵੱਖਰੇ ਵੱਖਰੇ ਤਰੀਕੇ ਆ, ਵੱਖਰੀ ਵੱਖਰੀ ਥਾਂ 'ਤੇ ਪਹੁੰਚਣ ਲਈ। ਪਰ ਜਿਹੜੀ ਸਾਡੀ ਮੰਜ਼ਿਲ ਆ, ਜਿਹੜੀ ਮੰਜ਼ਿਲ 'ਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ, ਜਾਂ ਜਿਹੜੀ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ, ਇਹ ਸਾਰਾ ਕੁਝ ਦਿੱਤਾ ਹੈ, ਪਵਨ ਵਰਗਾ ਗੁਰੂ ਸਾਨੂੰ ਦਿੱਤਾ ਹੈ, ਜਿਹੜਾ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ। ਭਾਵੇਂ ਅਸੀਂ ਉਹਦਾ ਇਸਤੇਮਾਲ ਗਲਤ ਕਰੀਏ, ਜੇ ਅਸੀਂ ਆਪਣੇ ਮੂੰਹ 'ਚੋਂ ਗਾਲਾਂ ਕੱਢਦੇ ਹਾਂ ਤੇ ਇਹਦੇ ਵਿੱਚ ਹਵਾ ਦਾ ਕਸੂਰ ਨਹੀਂ ਗਾ, ਇਹ ਪਵਨ ਦਾ ਕਸੂਰ ਨਹੀਂ ਗਾ। ਜੇ ਅਸੀਂ ਉਹਦਾ ਇਸਤੇਮਾਲ ਗਲਤ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਨੇ ਤਾਂ ਸਾਨੂੰ ਜੀਭਾ ਦਿੱਤੀ ਆ ਕਿ ਜਿੱਦਾਂ ਗੁਰਬਾਣੀ ਵਿੱਚ ਦੱਸਿਆ ਵੀ ਨਾਮ ਜਪਣ ਨੂੰ ਦਿੱਤੀ ਹੈ, ਅੱਖਾਂ ਦਿੱਤੀਆਂ ਹਰੀ ਦੇ ਦਰਸ਼ਨ ਨੂੰ ਦਿੱਤੀਆਂ, ਕੰਨ ਦਿੱਤੇ ਉਹਦਾ ਸਿਮਰਨ ਸੁਣਨ ਵਾਸਤੇ ਦਿੱਤੀਆਂ, ਹੱਥ ਦਿੱਤੇ ਸੇਵਾ ਕਰਨ ਨੂੰ ਦਿੱਤੇ ਆ। ਇਹ ਸਾਰਾ ਕੁਝ ਗੁਰਬਾਣੀ ਦੇ ਵਿੱਚ ਸਾਨੂੰ ਸਮੇਂ ਸਮੇਂ ਅਸੀਂ ਜਿਹੜੀ ਕਥਾਵਾਂ ਸੁਣਦੇ ਆ, ਕੀਰਤਨੀ ਸਿੰਘਾਂ ਕੋਲੋਂ ਸੁਣਦੇ ਆ, ਤਾਂ ਕਥਾ ਬਾਚਕਾਂ ਸੁਣਦੇ ਆ, ਜਾਂ ਗੁਰਬਾਣੀ ਜਿਹੜੇ ਮੇਰੇ ਵੀਰ ਪੜ੍ਹਦੇ ਆ ਉਹ ਆਪ ਵਿਚਾਰਦੇ ਆ, ਤਾਂ ਉਹਦੇ ਵਿੱਚੋਂ ਸਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਫਿਰ ਵੀ ਭੁੱਲੇ ਹਾਂ। ਫਿਰ ਵੀ ਅਸੀਂ ਉਹ ਜਿਹੜਾ ਸਾਡਾ ਜ਼ਿੰਦਗੀ ਦਾ ਅਸਲੀ ਮਕਸਦ ਹੈ ਉੱਧਰ ਨੂੰ ਨਹੀਂ ਜਾਂਦੇ। ਸਵੇਰ ਨੂੰ ਸੁੱਤਿਆਂ ਉੱਠਦੇ ਹਾਂ, ਤੁਸੀਂ ਅਖਬਾਰ ਪੜ੍ਹ ਲਓ, ਤੁਸੀਂ ਟੈਲੀਵਿਜ਼ਨ ਲਾ ਲਓ, ਤੁਸੀਂ ਕਿਸੇ ਨਾਲ ਟੈਲੀਫੋਨ 'ਤੇ ਗੱਲ ਕਰਕੇ ਦੇਖ ਲਓ, ਤਾਂ ਸਾਰੇ ਹੀ ਬੰਦੇ ਦੁਨੀਆ ਦੀਆਂ ਮੁਸ਼ਕਲਾਂ ਜਿਹੜੀਆਂ, ਦੁਨੀਆ ਦਾ ਜਿਹੜਾ ਜਾਲ ਆ ਉਹਦੇ ਵਿੱਚ ਹੀ ਵੱਜੇ ਆ, ਉਹਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਆ। ਪਰ ਜਿਹੜਾ ਅਸਲੀ ਹੱਲ ਆ ਜਿਸ ਕਰਕੇ ਸਾਨੂੰ ਜੀਵਨ, ਉਹਦੇ ਬਾਰੇ ਕੋਈ ਲੰਮੀ ਚੌੜੀ ਗੱਲ ਨਹੀਂ ਕਰਦਾ। ਮਿਲਾਂਗੇ ਕਿਸੇ ਨੂੰ, ਤੇਰਾ ਕੀ ਹਾਲ ਆ, ਤੇਰੀ ਭੈਣ ਦਾ ਕੀ ਹਾਲ ਆ, ਤੇਰੇ ਭਰਾ ਦੇ ਕੀ ਆ, ਕਿੰਨੇ ਪੜ੍ਹ ਲਏ, ਕਿੰਨੇ ਵਿਆਹ ਲਏ, ਕਿੰਨੇ ਨਿਆਣੇ, ਕਿੰਨੇ, ਆਹੀ ਗੱਲਾਂ ਸਾਡੇ ਸਵਾਲ 'ਚ। ਪਰ ਅਸੀਂ ਆਪਣੇ ਕਦੀ ਨਾ ਅਸੀਂ ਆਪਣੇ ਵਿੱਚ ਝਾਤੀ ਮਾਰ ਕੇ ਦੇਖੀ ਆ ਵੀ ਅਸੀਂ ਆਪਣੇ ਜੀਵਨ ਦੇ ਮਨੋਰਥ ਵਿੱਚ ਕਿੱਥੇ ਪਹੁੰਚੇ ਹਾਂ, ਅਤੇ ਨਾ ਹੀ ਅਸੀਂ ਅਗਲੇ ਵੀਰ ਨੂੰ ਪੁੱਛਿਆ ਵੀ ਤੂੰ ਜੀਵਨ ਦੇ ਮਨੋਰਥ ਵਿੱਚ ਕਿੱਥੇ ਪਹੁੰਚਿਆ, ਕੀ ਤੈਨੂੰ ਜੀਵਨ ਦੇ ਮਨੋਰਥ ਦੀ ਗੱਲ ਸਮਝ ਆ ਗਈ ਕਿ ਨਹੀਂ ਆ ਗਈ ਅਜੇ ਤੱਕ। ਜੇ ਨਹੀਂ ਆਈ ਤਾਂ ਉਹਦੇ 'ਤੇ ਆਪਾਂ ਦੋਨੇ ਬਹਿ ਕੇ ਵਿਚਾਰ ਕਰ ਲਈਏ। ਆਪਾਂ 5-7 ਬਹਿ ਕੇ ਹੋਰ ਗੱਪਾਂ ਮਾਰਦੇ ਹਾਂ, ਤਾਸ਼ ਖੇਡਦੇ ਹਾਂ, ਹੋਰ ਗੱਲਾਂ ਕਰਦੇ, ਉਹਦੇ 'ਤੇ ਵਿਚਾਰ ਕਰ ਸਕਦੇ ਹਾਂ, ਅਤੇ ਆਪਾਂ ਉਹਦੇ 'ਤੇ ਬਹਿ ਕੇ ਵਿਚਾਰ ਕਰ ਲਈਏ। ਸੋ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ
बड़ा उच्ची देरी ढंडोरा फेर के, क्योंकि जपजी साहब जिहड़ा है साडे आम तौर पर कहा जाता है कि जिहड़ा साडा मूल मंत्र श्री गुरु नानक देव जी अकाल पुरख वाहिगुरू तो लैके आए, साडे लई कलयुग जीवां दे उधार वास्ते लैके आए, सानू इस दुनिया विच दिता। ਉਹਦਾ ਸਾਰ ਉਹਨੂੰ ਖੁਲਾਸਾ ਕਰਨ ਵਾਸਤੇ ਜਪਜੀ ਸਾਹਿਬ ਦਾ ਉਚਾਰਨ ਕੀਤਾ ਤੇ ਜਪਜੀ ਸਾਹਿਬ ਨੂੰ ਪੂਰੇ ਨੂੰ ਸਾਨੂੰ ਸਮਝਾਉਣ ਵਾਸਤੇ ਸਮੇਂ-ਸਮੇਂ ਜਿਹੜੇ ਸਾਡੇ ਸਾਧੂ ਸੰਤ ਮਹਾਤਮਾ ਗੁਰਸਿੱਖ ਆਏ, ਉਹਨਾਂ ਦੇ ਜੀਵਨ ਦੇ ਵਿੱਚ ਜੋ ਜੋ ਘਟਨਾਵਾਂ ਵਾਪਰੀਆਂ, ਕਿਹੜੇ ਤਰੀਕੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲੇ ਤੇ ਕਿਹੜੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਤੇ ਬਖਸ਼ਿਸ਼ਾਂ ਕੀਤੀਆਂ, ਜਿਹਦੇ ਨਾਲ ਉਹਨਾਂ ਦੇ ਜੀਵਨ ਦਾ ਜਿਹੜਾ ਮਨੋਰਥ ਪੂਰਾ ਹੋਇਆ। ਉਹ ਤਾਂ ਸਾਨੂੰ ਤਾਂ ਹੀ ਪਤਾ ਲੱਗੂਗਾ ਜੇ ਅਸੀਂ ਗੁਰੂ ਦੇ ਚਾਲੀ ਲੱਗਾ ਜਾਂ ਗੁਰੂ ਦੀ ਗੱਲ ਸੁਣਾਂਗੇ, ਗੁਰੂ ਕੋਲ ਬੈਠਾਂਗੇ, ਉਹਦੇ 'ਤੇ ਵਿਚਾਰ ਕਰਾਂਗੇ। ਤੇ ਜੇ ਅਸੀਂ ਸਿਰਫ ਉਸੇ ਤਰੀਕੇ ਨਾਲ ਗੁਰਦੁਆਰੇ ਜਾਂਦੇ ਰਹੇ, ਮੱਥਾ ਟੇਕਿਆ, ਕੀਰਤਨ ਸੁਣਿਆ, ਪ੍ਰਸ਼ਾਦ ਲਿਆ, ਲੰਗਰ ਛਕਿਆ, ਚੂਲੀ ਨਹੀਂ ਤੇ ਕੀਤੀ ਤੇ ਆ ਗਏ, ਗੱਲ ਖਤਮ। ਇਹ ਗੱਲ ਨਹੀਂ ਬਣਨੀ। ਸਾਨੂੰ ਸਪੈਸ਼ਲ ਤੌਰ 'ਤੇ ਜਦੋਂ ਵੀ ਕਿਤੇ ਤੁਹਾਡੇ ਦਿਮਾਗ 'ਚ ਮਾੜੀ ਜਿਹੀ ਘੰਟੀ ਵੱਜੇ ਤੇ ਆ ਕੇ ਚੌਂਕੜੀ ਮਾਰ ਕੇ ਬਹਿ ਗਏ, ਇਸ ਚੀਜ਼ ਬਾਰੇ ਸਾਨੂੰ ਸੋਚਣਾ ਪਊਗਾ ਕਿ ਸਾਡੇ ਜੀਵਨ ਦਾ ਮਨੋਰਥ ਕੀ, ਮੈਨੂੰ ਇਸ ਧਰਤੀ ਉੱਤੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਤੇ ਕਿਉਂ ਭੇਜਿਆ, ਤੇ ਜੇ ਮੈਨੂੰ ਇਸ ਮਾਤਾ ਪਿਤਾ ਦੇ ਘਰ ਜਨਮ ਦਿੱਤਾ ਤੇ ਉਹ ਜਨਮ ਕਿਉਂ ਦਿੱਤਾ। ਜਿੱਦਾਂ ਮੈਂ ਪਹਿਲਾਂ ਆਪ ਜੀ ਨਾਲ ਵਿਚਾਰ ਕੀਤੀ ਹੈ ਕਿ ਮੇਰੇ ਜੰਮਣ ਦਾ ਮੈਨੂੰ ਪਤਾ ਨਹੀਂ, ਮੇਰੇ ਮਰਨ ਦਾ ਮੈਨੂੰ ਪਤਾ ਨਹੀਂ ਲੱਗਣਾ, ਪਰ ਅਸੀਂ ਜੰਮਦੇ ਮਰਦੇ ਦੇਖੇ ਆ। ਜਿਹੜੀ ਚੀਜ਼ ਸਾਡੇ ਵਿੱਚ ਆਈ, ਜਿਹੜੀ ਚੀਜ਼ ਸਾਡੇ ਤੋਂ ਚਲ ਗਈ, ਉਹ ਆਈ ਕਿੱਥੋਂ ਸੀ ਤੇ ਚਲੇ ਕਿੱਥੇ ਗਈ। ਤੇ ਨਾਲ ਹੀ ਗੁਰਬਾਣੀ ਵਿੱਚ ਲਿਖਿਆ, ਜਨਮਾਂ ਜਨਮਾਂ ਕੀ ਇਸ ਮਨ ਕੋ ਮੈਲ ਲਾਗੀ ਕਾਲਾ ਹੋਇਆ ਸ਼ਾਹ। ਇਹ ਜਿਹੜਾ ਸਾਡਾ ਮਨ ਆ, ਇਹ ਬੜੇ ਲੰਮੇ ਸਮਿਆਂ ਤੋਂ ਸਾਡੇ ਨਾਲ ਹੀ ਚੱਲਿਆ ਆ ਰਿਹਾ, ਤੇ ਇਹਨੂੰ ਮੈਲ ਲੱਗੀ ਜਨਮਾਂ ਜਨਮਾਂ ਦੀ, ਕਾਲਾ ਹੋਇਆ ਸ਼ਾਹ। ਤੇ ਇਸ ਜਨਮ ਵਿੱਚ ਉਹ ਜਿਹੜਾ ਮਨ ਮੈਲਾ ਹੋਇਆ, ਕਾਲਾ ਹੋਇਆ ਸ਼ਾਹ, ਜਿਹੜਾ ਜਿਹਨੇ ਸਾਡੇ ਨਾਲ ਹੀ ਜਨਮ ਲਿਆ, ਉਹਨੂੰ ਆਪਾਂ ਕਿਹੜੇ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ। ਸਿਰਫ ਤੇ ਸਿਰਫ ਇੱਕੋ ਹੀ, ਮੂੰਹ ਤੋਂ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਮੇ ਕੇ ਰੰਗ। ਉਹ ਇੱਕੋ ਹੀ ਇੱਕ ਸਾਬਣ, ਸਰਫ, ਜੋ ਮਰਜ਼ੀ ਉਹਨੂੰ ਤੁਸੀਂ ਕਹਿ ਲਓ, ਇੱਕੋ ਹੀ ਇੱਕ ਐਸੀ ਚੀਜ਼ ਹੈ ਨਾਮ, ਜਿਹੜਾ ਸਾਡੇ ਉਸ ਮਨ ਨੂੰ ਧੋ ਸਕਦਾ। ਤੇ ਜਦ ਤੱਕ ਅਸੀਂ ਉਹਨੂੰ ਧੋਣਾ ਨਹੀਂ ਗਾ, ਉਦ ਤੱਕ ਉਹਦੇ ਵਿੱਚੋਂ ਪਵਿੱਤਰਤਾ ਜਾਂ ਉਹਦੇ ਵਿੱਚੋਂ ਰੋਸ਼ਨੀ ਪ੍ਰਾਪਤ ਨਹੀਂ ਹੋਣੀ। ਜਿੱਦਾਂ ਹੁਣ ਕਿਸੇ ਬਲਬ ਦੇ ਉੱਤੇ ਕੋਈ ਰਜਾਈ ਲਿਆ ਕੇ ਪੈ ਦਿਓ, ਬਲਬ ਤਾਂ ਜਗਦਾ, ਪਰ ਉੱਤੇ ਰਜਾਈ ਪਈ ਜਿਹਨੇ ਰੋਕਿਆ ਸਾਰਾ ਕੁਝ। ਕਿਸੇ ਵੀ ਲਾਈਟ ਦੇ ਮੁੜ, ਜਿੱਦਾਂ ਹੁਣ ਕਈ ਵਾਰੀ ਸੂਰਜ ਦੀ ਰੋਸ਼ਨੀ ਸਾਡੇ ਤੱਕ ਪਹੁੰਚਦੀ, ਪਰ ਮੂਹਰੇ ਬੱਦਲ ਆ ਜਾਂਦੇ, ਜਦੋਂ ਬੱਦਲ ਭਰੇ ਹੁੰਦੇ ਆ, ਕਿਰਨਾਂ ਸਾਡੇ ਤੱਕ ਪਹੁੰਚ ਜਾਂਦੀਆਂ। ਇਸੇ ਤਰੀਕੇ ਨਾਲ ਜੇ ਸਾਡੇ ਅੰਦਰ ਵੀ ਉਹ ਦੁਨੀਆਦਾਰੀ ਦੀ ਜਿਹੜਾ ਸਿਸਟਮ ਆ, ਉਹਦੀ ਮੈਲ ਸਾਡੇ ਮਨ ਦੇ ਵਿੱਚ ਇਕੱਠੀ ਹੋਈ ਆ, ਔਰ ਜਨਮਾਂ ਜਨਮਾਂ ਦੀ ਇਕੱਠੀ ਹੋਈ। ਸਾਨੂੰ ਇਸ ਜਨਮ ਦੇ ਵਿੱਚ ਇਹ ਮੌਕਾ ਮਿਲਿਆ ਕਿ ਨਾਮ ਦੇ ਆਸਰੇ ਦੇ ਨਾਲ, ਵਾਹਿਗੁਰੂ ਦੇ ਸ਼ਬਦ ਦੇ ਨਾਲ ਅਸੀਂ ਉਹਨੂੰ ਧੋ ਕੇ ਮੈਲ ਨੂੰ ਪਰੇ ਕਰ ਲਈਏ, ਤੇ ਸਾਡਾ ਮੇਲ ਜਿਹੜਾ ਆ, ਇਹ ਜਿਹੜੀ ਸਾਡੇ ਵਿੱਚ ਆਤਮਾ ਆ, ਉਹਦਾ ਮੇਲ ਉਸ ਪਰਮਾਤਮਾ ਦੇ ਨਾਲ ਹੋ ਸਕੇ। ਨਹੀਂ ਤਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਦੁਨੀਆ ਦੀ ਹੋਰ ਕੋਈ ਦਵਾਈ ਇੱਥੇ ਕੰਮ ਨਹੀਂ ਕਰ ਸਕਦੀ, ਦੁਨੀਆ ਦਾ ਕੋਈ ਜਾਦੂ ਟੂਣਾ ਇਸ ਤਰੀਕੇ ਨਾਲ ਗੱਲ ਕਰਦਾ। ਜਿਹੜੇ ਬਾਬੇ ਜਿਹੜੇ ਆ, ਮੈਂ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਤਾਂ ਭੋਲੇ ਆ, ਪਰ ਜਿਹੜੇ ਬਾਬੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਬਹੁਤ ਗਿਆਨੀ ਆ, ਜਿਹੜੇ ਅਸੀਂ ਰੱਬ ਨੂੰ ਬਹੁਤ ਮਿਲੇ ਆ, ਉਹ ਤਾਂ ਪਤਾ ਵੀ ਉਹ ਰੱਬ ਲਈ ਕੁਛ ਨਹੀਂ ਕਰ ਸਕਦੇ, ਉਹ ਰੱਬ ਨੂੰ ਤੁਹਾਨੂੰ ਮਿਲਾ ਨਹੀਂ ਸਕਦੇ, ਤੁਹਾਡੇ ਜਨਮਾਂ ਜਨਮ ਦੀ ਮੈਲ ਉਹ ਧੋ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਆਪਣੀ ਲਿਬੜੀ ਪਈ ਮੈਲ। ਉਹ ਸਿਰਫ ਤੇ ਸਰਬ ਸਾਡੇ ਜਿੱਦਾਂ ਅਸੀਂ ਉਹਨਾਂ ਦੇ ਤਨ ਦੇ ਮੁਰੀਦ ਹੋਏ ਆ, ਇੱਦਾਂ ਉਹ ਸਾਡੇ ਤਨ ਨੂੰ ਵਰਤਦੇ ਆ। ਦੁਨਿਆਵੀ ਧਨ ਦੀ ਉਹਨਾਂ ਨੂੰ ਲੋੜ ਆ, ਦੁਨਿਆਵੀ ਧਨ ਦੀ ਸਾਨੂੰ ਲੋੜ ਪਈ ਰਹਿੰਦੀ ਹੈ। ਅਸੀਂ ਵੀ ਦੁੱਧ ਪੁੱਤ ਧੀਆਂ ਦੇ ਤੇ ਮਕਾਨਾਂ ਦੇ ਤੇ ਨੌਕਰੀਆਂ ਦੇ ਚੱਕਰਾਂ ਵਿੱਚ ਉਲਝੇ ਫਿਰਦੇ ਰਹਿੰਦੇ ਆ। ਇਹ ਜਿਹੜੇ ਆ ਉਹ ਬਾਬੇ ਜਿਹੜੇ ਕੰਮ ਕਰਦੇ ਆ, ਕਿਸੇ ਦੀ ਪ੍ਰਸਿੱਧੀ ਜ਼ਿਆਦਾ ਹੋ ਜਾਂਦੀ ਹੈ, ਕਿਸੇ ਦੀ ਘੱਟ ਹੋ ਜਾਂਦੀ ਹੈ, ਪਰ ਅਖੀਰ ਦੇ ਵਿੱਚ ਜਿਹਨੇ ਸਾਨੂੰ ਉਹਦੇ ਨਾਲ ਮਿਲਾਉਣਾ ਆ, ਜਿੱਥੇ ਜਾ ਕੇ ਸਾਡੀ ਮੁਕਤੀ ਹੋਣੀ ਹੈ,
ਉਹ ਅਸਲੀ ਕੰਮ ਜਿਹੜਾ ਆ ਉਹ ਸ਼ਬਦ ਗੁਰੂ ਨੇ ਕਰਨਾ ਆ। ਹੋਰ ਕੋਈ ਵੀ ਜਿਹੜਾ ਗੁਰੂ ਆ ਉਹ ਨਹੀਂ ਕਰ ਸਕਦਾ। ਤੇ ਸ਼ਬਦ ਗੁਰੂ ਦੇ ਨਾਲ ਜੋੜਨ ਲਈ ਬੜੀ ਉੱਚੀ ਆਵਾਜ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹੋਕਾ ਦੇ ਕੇ ਕਿਹਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਇਸ ਪਵਨ ਨੂੰ ਸਾਫ਼ ਰੱਖਣਾ, ਸ਼ੁੱਧ ਰੱਖਣਾ, ਇਹ ਵੀ ਸਾਡਾ ਕਰਮ ਆ, ਸਾਡਾ ਧਰਮ ਆ। ਪਰ ਅਸੀਂ ਸਿਗਰਟਾਂ ਪੀ ਪੀ ਕੇ ਜਾਂ ਹੋਰ ਕਈ ਤਰੀਕੇ ਦੇ ਨਾਲ ਇਸ ਜਿਹੜੀ ਪਵਨ ਆ, ਹਵਾ ਆ, ਕਈ ਤਰ੍ਹਾਂ ਦੇ ਗੰਦ ਸਿੱਟ ਕੇ ਇਹਨੂੰ ਵੀ ਗੰਦਲੀ ਕਰਦੇ ਆ। ਤੇ ਇਹਨੂੰ ਵੀ ਗੰਦਲੀ ਕਰਦੇ ਆ, ਆਪਣਾ ਜੀਵਨ ਵੀ ਗੰਦਲਾ ਅਸੀਂ ਕਰਦੇ ਆ, ਤੇ ਸਾਨੂੰ ਉਹਦੇ ਵਿੱਚ ਕੁਝ ਪ੍ਰਾਪਤ ਨਹੀਂ ਹੋਣ ਵਾਲਾ। ਤੇ ਜੇ ਆਪਾਂ ਸ਼ਬਦ ਗੁਰੂ ਦੇ ਲੜ ਲੱਗਾਂਗੇ, ਸਾਨੂੰ ਹੋਰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ, ਸ਼ਬਦ ਗੁਰੂ ਦੀ ਲੋੜ ਆ। ਤੇ ਸ਼ਬਦ ਗੁਰੂ ਜਿਹੜਾ ਆ ਉਹ ਸਾਡੇ ਅੰਗ ਸੰਗ ਆ, ਸਾਡੇ ਵਿੱਚ ਆ, ਸਾਡੇ ਨਾਲ ਆ, ਸਾਡੇ ਖੱਬੇ ਆ, ਸਾਡੇ ਸੱਜੇ ਆ, ਸਾਡੇ ਉੱਪਰ ਆ, ਸਾਡੇ ਥੱਲੇ, ਹਰ ਪਾਸੇ ਜਿਹੜਾ ਸ਼ਬਦ ਗੁਰੂ ਸਾਡੇ ਨਾਲ ਆ। ਸਿਰਫ ਤੇ ਸਿਰਫ ਜਿਹੜੀ ਮੈਂ ਹਉਮੈ ਤੇ ਦੂਸਰਾਪਨ, ਕਿਉਂਕਿ ਜਦੋਂ ਸਾਡੇ ਦਿਮਾਗ ਦੇ ਵਿੱਚ ਦੂਸਰੇਪਨ ਦੀ ਗੱਲ ਆ ਗਈ ਕਿ ਇੱਕ ਦੂਸਰਾ ਵੀ ਹੈਗਾ ਜਾਂ ਇੱਕ ਤੀਸਰਾ ਵੀ ਹੈਗਾ, ਉਦੋਂ ਉਹ ਸਾਰੇ ਦੀ ਸਾਰਾ ਪਰਦਾ ਸਾਡੇ ਮੂਹਰੇ ਆ ਖੜਾ ਹੋ ਜਾਂਦਾ। ਤੇ ਜਦੋਂ ਤੱਕ ਸਾਡਾ ਇਹ ਵਿਸ਼ਵਾਸ ਨਹੀਂ ਵੱਜ ਜਾਂਦਾ, ਇੱਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ, ਉਦੋਂ ਤੱਕ ਬਾਕੀ ਜਿਹੜੀਆਂ ਚੀਜ਼ਾਂ ਆ ਉਹ ਸਾਨੂੰ ਨਜ਼ਰ ਨਹੀਂ ਆਉਣਾ, ਧੁੰਦਲਾ ਹੀ ਨਜ਼ਰ ਆਉਣਾ। ਪਰ ਜਦੋਂ ਅਸੀਂ ਇੱਕ ਤੇ ਲੜਨ ਲੱਗ ਗਏ, ਜਦੋਂ ਸਾਡਾ ਵਿਸ਼ਵਾਸ ਇੰਨਾ ਇੱਕ ਹੋ ਗਿਆ, ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਤੁਸੀਂ ਆਮ ਤੌਰ ਤੇ ਸੁਣਦੇ ਰਹਿੰਦੇ ਹੋ, ਕਿੱਥੇ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਡੁੱਬਦਾ ਪਿਆ ਸਮੁੰਦਰ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਗੁਰੂ ਨਾਨਕ ਦੀ ਗੱਦੀ ਤੇ ਕੌਣ ਬੈਠਾ। ਉਹ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਜਾਣਦਾ, ਕਿਉਂਕਿ ਉਹਨਾਂ ਦਾ ਪਰਿਵਾਰ ਸ਼ੁਰੂ ਤੋਂ ਪਿੱਛੇ ਤੋਂ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੇ ਸੀ। ਉਹਨਾਂ ਨੇ ਸਿਰਫ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ, ਮੈਂ ਆਪ ਜੀ ਦਾ ਸਿੱਖ ਹਾਂ, ਮੇਰੇ ਤੇ ਕਿਰਪਾ ਕਰੋ, ਇਹ ਮੇਰਾ ਜਹਾਜ਼ ਜਿਹੜਾ ਡੁੱਬਦਾ ਪਿਆ ਇਹਨੂੰ ਤਾਰ ਦਿਓ। ਪਰ ਗੁਰੂ ਨਾਨਕ ਦੀ ਜੋਤ ਬਾਬੇ ਬਕਾਲੇ ਬੈਠੀ ਸੀ, ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ। ਉਹਨਾਂ ਨੇ ਕਿੱਥੋਂ ਮੱਖਣ ਸ਼ਾਹ ਲਵਾਣੇ ਦੀ ਆਵਾਜ਼ ਸੁਣੀ? ਕੋਈ ਟੈਲੀਫੋਨ ਨਹੀਂ ਸੀਗੇ ਉਦੋਂ, ਕੋਈ ਤਾਰਾ ਨਹੀਂ ਸੀਗਾ, ਉਹਨਾਂ ਨੇ ਕੋਈ ਮਿਸ ਕਾਲ ਨਹੀਂ ਮਾਰੀ, ਨਾ ਉਹਨਾਂ ਨੇ ਕੋਈ SMS ਕੀਤਾ, ਨਾ ਉਹਨਾਂ ਨੇ ਕੋਈ ਈਮੇਲ ਭੇਜੀ ਉਹਨਾਂ ਨੂੰ, ਪਰ ਇੱਕ ਅਰਦਾਸ ਕੀਤੀ। ਤੇ ਉਹ ਅਰਦਾਸ ਪਵਨ ਗੁਰੂ ਦੇ ਥਰੂ ਗੁਰੂ ਨਾਨਕ ਦੇਵ ਜੀ ਨੇ ਸੁਣੀ। ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਨੇ ਸੁਣੀ, ਔਰ ਉਹਨਾਂ ਨੇ ਮੱਖਣ ਸ਼ਾਹ ਲਵਾਣੇ ਜੀ ਦਾ ਡੁੱਬਦਾ ਬੇੜਾ ਤਾਰਿਆ। ਤੇ ਉਹਦੇ ਵਿੱਚ ਜਿਹੜੀ ਉਹ ਅਰਦਾਸ ਦੇ ਵਿੱਚ ਜਿਹੜਾ ਐਡੀਆਂ ਕਿਲੋਮੀਟਰਾਂ ਦਾ ਫਾਸਲਾ ਸੀ, ਉਹ ਕਿੱਦਾਂ ਹੋਇਆ, ਉਹ ਅਰਦਾਸ ਕਿੱਦਾਂ ਉੱਥੇ ਪਹੁੰਚੀ? ਉਹ ਸਾਰੇ ਦਾ ਸਾਰਾ ਰੋਲ ਜਿਹੜਾ ਆ ਪਵਨ ਗੁਰੂ ਨੇ ਕੀਤਾ। ਜੇ ਪਵਨ ਗੁਰੂ ਨਾ ਹੁੰਦੀ, ਕੋਈ ਦੇਹਧਾਰੀ ਗੁਰੂ ਹੁੰਦਾ, ਤੇ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਨਹੀਂ ਸੀ ਤਾਰਿਆ ਜਾ ਸਕਦਾ, ਉਹ ਅਰਦਾਸ ਕਬੂਲ ਨਹੀਂ ਸੀ ਹੋ ਸਕਦੀ ਜੇ ਪਵਨ ਗੁਰੂ ਨਾ ਹੁੰਦਾ। ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਵਿੱਚੋਂ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਇੱਕ ਇੱਕ ਗੱਲ, ਇੱਕ ਇੱਕ ਸ਼ਬਦ ਜਿਹੜਾ ਹੈ ਸਾਧ ਸੰਗਤ ਜੀ ਉਹ ਵਿਚਾਰਨ ਦਾ ਵਿਸ਼ਾ ਆ, ਉਹ ਵਿਚਾਰ ਮੰਗਦਾ। ਆਪਾਂ ਵਿਚਾਰ ਸਿਰਫ ਪਿਛਲੇ ਹਫ਼ਤੇ ਵੀ ਇਸੇ ਵਿਸ਼ੇ ਦੇ ਉੱਤੇ ਕੀਤੀ ਆ ਕਿ ਪਵਨ ਗੁਰੂ ਕਿਹੜੇ ਤਰੀਕੇ ਨਾਲ, ਤੇ ਅੱਜ ਵੀ ਆਪਾਂ ਉਸੇ ਗੱਲ 'ਤੇ ਵਿਚਾਰ ਕੀਤਾ ਕਿ ਪਵਨ ਗੁਰੂ ਤੋਂ ਬਗੈਰ ਗਤੀ ਨਹੀਂ ਹੋ ਸਕਦੀ। ਜਦ ਤੱਕ ਪਵਨ ਨੂੰ ਅਸੀਂ ਆਪਣਾ ਪੂਰਨ ਤੌਰ 'ਤੇ, ਨਿਸ਼ਚਿਤ ਤੌਰ 'ਤੇ ਇੱਕ ਗੁਰੂ ਨਹੀਂ ਮੰਨਦੇ, ਜਿੱਦਾਂ ਮੱਖਣ ਸ਼ਾਹ ਲਵਾਣੇ ਨੇ ਬਣੇ। ਇਸ ਤਰੀਕੇ ਦੀਆਂ ਬੜੀਆਂ ਸਾਖੀਆਂ ਹੈ। ਅਸੀਂ ਅਰਦਾਸ ਇੱਥੇ ਕਰਦੇ ਹਾਂ ਤੇ ਸਾਡਾ ਗੁਰੂ ਜਿਹੜਾ ਉੱਥੇ ਬੈਠਾ ਜਿਹੜਾ ਉਹ ਸੁਣ ਲੈਂਦਾ, ਜਿੱਥੇ ਜਿਹਦੀ ਵੀ ਅਰਦਾਸ ਕੀਤੀ ਜਾਂਦੀ ਆ ਉੱਥੇ ਬੈਠਾ ਉਹ ਸੁਣ ਲੈਂਦਾ। ਉਹ ਸਾਰੇ ਦਾ ਸਾਰਾ ਰੋਲ ਜਿਹੜਾ ਆ ਹਵਾ ਦੇ ਥਰੂ ਹੁੰਦਾ, ਪਵਨ ਦੇ ਥਰੂ ਹੁੰਦਾ। ਤੇ ਜਿਹੜੀ ਸਾਡੀ ਆਤਮਾ ਸਾਡੇ ਵਿੱਚ ਆ, ਜਦੋਂ ਇਹਨੇ ਪਰਮਾਤਮਾ ਵਿੱਚ ਜਾ ਕੇ ਮਿਲਣਾ, ਉਹਦੇ ਵਿੱਚ ਜਿਹੜਾ ਰੋਲ ਆਉਣਾ, ਜਿਹੜਾ ਵਿੱਚੋਂ ਖਾਲੀ ਤੁਹਾਨੂੰ ਦਿਸਦਾ ਪਿਆ, ਉਹ ਇਸੇ ਗੁਰੂ ਨੇ, ਪਵਨ ਗੁਰੂ ਨੇ ਪੂਰਨ ਕਰਨਾ ਤੇ ਸਾਡੀ ਇਸ ਆਤਮਾ ਨੂੰ ਉਸ ਪਰਮਾਤਮਾ ਕੋਲ ਲੈ ਕੇ ਜਾਣਾ। ਉਹ ਤਾਂ ਹੀ ਹੋਏਗਾ ਜੇ ਸਾਡਾ ਨਿਸ਼ਚਾ ਇੱਕ ਦੇ ਉੱਤੇ ਹੋਊਗਾ। ਆਪਾਂ 1 ਮਿੰਟ ਵਾਸਤੇ ਉਹਦਾ ਸਿਮਰਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ,
तू ही तू, तू ही तू, तू ही तू, तेरा शुक्र है, तेरा शुक्र है, तेरा शुक्र है, तेरा शुक्र है। अगर कोई गल आप जी चंगी लगे जरूर विचारनी, जे कोई माड़ी लगे तो आदि झोली विच पा देनी। भुलां चुकां दी खिमा। वाहिगुरू जी का खालसा, वाहिगुरू जी की फतेह।